Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਧਾਰੀ, ਕਰੁਣਾ ਮੈਂ ਸਮਰੱਥ ਸੁਆਮੀ ਘਟ ਘਟ ਪ੍ਰਾਣ ਆਧਾਰੀ। ਆਪਣੇ ਮਨ ਨੂੰ ਹਦਾਇਤ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਹੇ ਮੇਰੇ ਮਨ, ਉਸ ਪਰਮਾਤਮਾ ਨੂੰ, ਉਸ ਪਰਮੇਸ਼ਰ ਨੂੰ ਚੇਤੇ ਦੇ ਵਿੱਚ ਰੱਖ ਜਿਸ ਨੇ ਸਾਰੇ ਹੀ ਜੀਵਾਂ ਦੇ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ, ਆਪਣੀ ਸੱਤਾ ਕਾਇਮ ਕੀਤੀ ਹੋਈ ਹੈ। ਉਹ ਪਰਮਾਤਮਾ ਜੋ ਕਰੁਣਾਮੈ ਹੈ, ਭਾਵ ਕਿ ਤਰਸ ਕਰਨ ਵਾਲਾ ਹੈ, ਜੋ ਸਮਰੱਥ ਹੈ, ਸਾਰੀਆਂ ਹੀ ਤਾਕਤਾਂ ਦਾ ਮਾਲਕ ਹੈ ਤੇ ਹਰ ਇੱਕ ਜੀਵ ਦੀ ਜਿੰਦ ਦਾ ਆਸਰਾ ਵੀ ਹੈ। ਘਟ ਘਟ ਪ੍ਰਾਣ ਆਧਾਰੀ। ਪ੍ਰਾਣ ਮਨ ਤਨ ਜੀ ਦਾਤਾ, ਬੇਅੰਤ ਅਗਮ ਅਪਾਰੋ। ਉਹ ਸਾਰੇ ਹੀ ਜੀਵਾਂ ਨੂੰ ਪ੍ਰਾਣ, ਮਨ, ਤਨ ਅਤੇ ਜਿੰਦ ਬਖਸ਼ਣ ਵਾਲਾ ਹੈ। ਇਹਨਾਂ ਸਭ ਦੀ ਦਾਤ ਬਖਸ਼ਦਾ ਹੈ। ਖੁਦ ਬੜਾ ਹੀ ਬੇਅੰਤ ਹੈ, ਉਹਦਾ ਅਸੀਂ ਅੰਤ ਨਹੀਂ ਪਾ ਸਕਦੇ, ਉਹਦੇ ਤੱਕ ਅਸੀਂ ਪਹੁੰਚ ਨਹੀਂ ਕਰ ਸਕਦੇ। ਉਹ ਬੜਾ ਅਪਹੁੰਚ ਤੇ ਅਪਾਰ ਹੈ। ਬੇਅੰਤ ਅਗਮ ਅਪਾਰੋ। ਸ਼ਰਨ ਜੋਗ ਸਮਰੱਥ ਮੋਹਨ, ਸਰਬ ਦੋਖ ਬਿਦਾਰੋ। ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹੋਏ ਗੁਰੂ ਜੀ ਅੱਗੇ ਲਿਖਦੇ ਨੇ ਕਿ ਉਹ ਪ੍ਰਮਾਤਮਾ ਆਪਣੀ ਸ਼ਰਨ ਦੇ ਵਿੱਚ ਆਇਆਂ ਹੋਇਆਂ ਦੀ ਸਹਾਇਤਾ ਕਰਨ ਦੇ ਯੋਗ ਹੈ। ਜੋ ਵੀ ਉਹਦੀ ਸ਼ਰਨ ਦੇ ਵਿੱਚ ਪੈਂਦਾ ਹੈ, ਉਹ ਪ੍ਰਮਾਤਮਾ ਉਹਦੀ ਸਹਾਇਤਾ ਜ਼ਰੂਰ ਕਰਦਾ ਹੈ। ਫਿਰ ਤੋਂ ਸਮਰੱਥ ਭਾਵ ਕਿ ਸਾਰੀਆਂ ਤਾਕਤਾਂ ਦਾ ਮਾਲਕ ਹੈ। ਮੋਹਨ ਭਾਵ ਕਿ ਉਹ ਬੜਾ ਸੋਹਣਾ ਹੈ। ਤੇ ਸਰਬ ਦੋਖ ਬਿਦਾਰੋ ਭਾਵ ਕਿ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਰੋਗ ਸੋਗ ਸਭ ਦੋਖ ਬਿਨਸੈ, ਜਪਤ ਨਾਮ ਮੁਰਾਰੀ। ਜਦੋਂ ਅਸੀਂ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਾਂ, ਜਦੋਂ ਅਸੀਂ ਉਹਨੂੰ ਆਪਣੇ ਚੇਤੇ ਦੇ ਵਿੱਚ ਲੈ ਕੇ ਆਉਂਦੇ ਹਾਂ, ਸਾਡੇ ਸਾਰੇ ਹੀ ਰੋਗ ਤੇ ਸਾਰੀਆਂ ਹੀ ਗਮੀਆਂ, ਸਾਰੇ ਹੀ ਦੁੱਖ ਬਿਨਸ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਜਦੋਂ ਅਸੀਂ ਉਸ ਪ੍ਰਮਾਤਮਾ ਨੂੰ ਆਪਣੇ ਚੇਤੇ ਦੇ ਵਿੱਚ ਲਿਆ ਕੇ ਤੇ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਜੋ ਰੋਗ ਆਇਆ ਹੈ, ਇਹ ਜੋ ਸੋਗ ਆਇਆ ਹੈ, ਇਹ ਜੋ ਦੁੱਖ ਆਇਆ ਹੈ, ਇਹ ਸਭ ਉਸ ਪ੍ਰਮਾਤਮਾ ਦਾ ਕੁਦਰਤੀ ਵਰਤਾਰਾ ਹੈ। ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਪਲ ਆਉਂਦੇ ਨੇ। ਇਹਨਾਂ ਪਲਾਂ ਨੂੰ ਅਸੀਂ ਆਪਣੀਆਂ ਜ਼ਿੰਦਗੀਆਂ ਤੋਂ ਦੂਰ ਨਹੀਂ ਕਰ ਸਕਦੇ। ਇਹ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਨਿਯਮ ਕਾਨੂੰਨ ਹੈ। ਉਸ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਲਿਆ ਕੇ ਜਦੋਂ ਅਸੀਂ ਇਹ ਮਹਿਸੂਸ ਕਰ ਲੈਂਦੇ ਹਾਂ, ਸਾਡੇ ਦੁੱਖ ਰੋਗ ਆਪਣੇ ਆਪ ਹੀ ਬਿਨਸ ਜਾਂਦੇ ਨੇ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਘਟਣ ਵਾਲੀ ਕਿਸੇ ਵੀ ਮਾੜੀ ਘਟਨਾ ਨੂੰ ਲੈ ਕੇ ਫਿਰ ਦੁਖੀ ਨਹੀਂ ਹੁੰਦੇ, ਕਿਉਂਕਿ ਸਾਡੇ ਅੰਦਰ ਇੱਕ ਗਹਿਰਾ ਅਹਿਸਾਸ ਹੁੰਦਾ ਹੈ ਕਿ ਇਹ ਪ੍ਰਮਾਤਮਾ ਦੀ ਮਰਜ਼ੀ ਅਨੁਸਾਰ ਹੋ ਰਿਹਾ ਹੈ। ਬਿਨਵੰਤ ਨਾਨਕ ਕਰੋ ਕਿਰਪਾ, ਸਮਰੱਥ ਸਭ ਕਲ ਧਾਰੀ। ਹੇ ਪ੍ਰਮਾਤਮਾ, ਹੇ ਸਾਰੀਆਂ ਤਾਕਤਾਂ ਦੇ ਮਾਲਕ ਤੇ ਸਾਰੇ ਹੀ ਜੀਵਾਂ ਦੇ ਵਿੱਚ ਆਪਣੀ ਸੱਤਾ ਕਾਇਮ ਕਰਨ ਵਾਲੇ ਪ੍ਰਮਾਤਮਾ, ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਉਹਦੇ ਤੇ ਮਿਹਰ ਕਰ ਕਿ ਉਹ ਵੀ ਤੇਰਾ ਨਾਮ ਜਪਦਾ ਰਹੇ, ਸਿਮਰਦਾ ਰਹੇ। ਗੁਣ ਗਾਓ ਮਨਾ ਅਚੁੱਤ ਅਵਿਨਾਸ਼ੀ, ਸਭ ਤੇ ਊਚ ਦਇਆਲਾ। ਅੱਗੇ ਫਿਰ ਆਪਣੇ ਮਨ ਨੂੰ ਕਹਿੰਦੇ ਨੇ ਕਿ ਹੇ ਮੇਰੇ ਮਨਾ, ਉਸ ਪ੍ਰਮਾਤਮਾ ਦੇ ਗੁਣ ਗਾ, ਉਹਦੀ ਸਿਫਤ ਸਲਾਹ ਕਰ ਜਿਹੜਾ ਅਚੁੱਤ ਹੈ, ਭਾਵ ਕਿ ਕਦੇ ਵੀ ਨਾ ਡਿੱਗਣ ਵਾਲਾ ਹੈ, ਕਦੇ ਵੀ ਨਾ ਨਾਸ ਹੋਣ ਵਾਲਾ ਹੈ, ਅਬਿਨਾਸੀ, ਸਭ ਤੋਂ ਉੱਚਾ ਹੈ ਤੇ ਬੜਾ ਹੀ ਦਇਆਵਾਨ ਹੈ।
ਵਿਸੰਭਰ ਦੇਵਨ ਕਉ ਏਕੈ ਸਰਬ ਕਰੈ ਪ੍ਰਤਪਾਲਾ। ਵਿਸੰਭਰ ਤੋਂ ਭਾਵ ਸਾਰੇ ਜਗਤ ਨੂੰ ਪਾਲਣ ਵਾਲਾ, ਕਿ ਹੇ ਮੇਰੇ ਮਨ ਤੂੰ ਉਸ ਪ੍ਰਮਾਤਮਾ ਦੇ ਗੁਣ ਗਾ ਜਿਹੜਾ ਸਾਰੇ ਹੀ ਜਗਤ ਨੂੰ ਪਾਲਣ ਵਾਲਾ ਹੈ। ਦੇਵਨ ਕਉ ਏਕੈ ਭਾਵ ਕਿ ਦੇਣ ਵਾਲਾ ਉਹ ਇਕੱਲਾ ਹੀ ਹੈ। ਹਰ ਜੀਵ ਨੂੰ ਜੋ ਕੁਝ ਵੀ ਮਿਲਦਾ ਹੈ ਉਸ ਪ੍ਰਮਾਤਮਾ ਦੀ ਮਰਜ਼ੀ ਅਨੁਸਾਰ ਹੀ ਮਿਲਦਾ ਹੈ। ਸਰਬ ਕਰੈ ਪ੍ਰਤਪਾਲਾ, ਸਾਰੇ ਜੀਵਾਂ ਦੀ ਪਾਲਣਾ ਉਹ ਆਪ ਕਰਦਾ ਹੈ। ਪ੍ਰਤਪਾਲ ਮਹਾਦਇਆਲ, ਦਾਨਾ ਦਇਆ ਧਾਰੇ ਸਭ ਕਿਸੈ। ਉਹ ਪ੍ਰਮਾਤਮਾ ਹਰ ਜੀਵ ਦੀ ਰੱਖਿਆ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਹਰ ਜੀਵ ਦੇ ਉੱਤੇ ਬੜੀ ਹੀ ਦਇਆ ਕਰਨ ਵਾਲਾ ਹੈ। ਮਹਾਦਇਆਲ, ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਹੈ, ਭਾਵ ਕਿ ਦਾਨਾ। ਦਇਆ ਧਾਰੇ ਸਭ ਕਿਸੈ, ਹਰ ਕਿਸੇ ਤੇ ਦਇਆ ਕਰਦਾ ਹੈ, ਹਰ ਜੀਵ ਤੇ ਦਇਆ ਕਰਦਾ ਹੈ। ਕਾਲ ਕੰਟਕ ਲੋਭ ਮੋਹ ਨਾਸੈ, ਜੀ ਜਾ ਕੈ ਪ੍ਰਭ ਵਸੈ। ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਆ ਵਸਦਾ ਹੈ, ਜੀ ਜਾ ਕੈ ਪ੍ਰਭ ਵਸੈ। ਕਾਲ ਕੰਟਕ ਲੋਭ ਮੋਹ ਨਾਸੈ। ਕਾਲ ਕੰਟਕ ਤੋਂ ਭਾਵ ਕੰਡੇ ਵਾਂਗ ਚੁਭਣ ਵਾਲਾ ਮੌਤ ਦਾ ਡਰ, ਲੋਭ ਅਤੇ ਮੋਹ, ਇਹ ਸਾਰੇ ਹੀ ਨਸ ਜਾਂਦੇ ਨੇ, ਉਸ ਦੀ ਜ਼ਿੰਦਗੀ ਦੇ ਵਿੱਚੋਂ ਚਲੇ ਜਾਂਦੇ ਨੇ। ਉਹਨੂੰ ਨਾ ਤੇ ਕੋਈ ਮੌਤ ਦਾ ਡਰ ਰਹਿ ਜਾਂਦਾ ਹੈ, ਨਾ ਕੋਈ ਦੁਨਿਆਵੀ ਲੋਭ ਤੇ ਦੁਨਿਆਵੀ ਮੋਹ ਰਹਿ ਜਾਂਦਾ ਹੈ, ਜਿਹਦੇ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਆ ਵਸੇ। ਸੁਪ੍ਰਸੰਨ ਦੇਵਾ ਸਫਲ ਸੇਵਾ, ਭਈ ਪੂਰਨ ਘਾਲਾ। ਜਿਸ ਵੀ ਜੀਵ ਤੇ ਉਹ ਪ੍ਰਮਾਤਮਾ ਪ੍ਰਸੰਨ ਹੋ ਜਾਵੇ, ਜਿਸ ਵੀ ਜੀਵ ਤੋਂ ਉਹ ਖੁਸ਼ ਹੋ ਜਾਵੇ, ਉਸ ਜੀਵ ਦੀ ਕੀਤੀ ਹੋਈ ਸੇਵਾ ਸਫਲ ਹੋ ਜਾਂਦੀ ਹੈ, ਉਹਨੂੰ ਫਲ ਲੱਗ ਜਾਂਦੇ ਨੇ। ਉਹਦੀ ਘਾਲੀ ਗਈ ਘਾਲ ਸਿਰੇ ਚੜ੍ਹ ਜਾਂਦੀ ਹੈ, ਪੂਰਨ ਹੋ ਜਾਂਦੀ ਹੈ, ਉਹਦੀ ਕੀਤੀ ਹੋਈ ਮਿਹਨਤ ਦਾ ਮੁੱਲ ਪੈ ਜਾਂਦਾ ਹੈ। ਬਿਨਵੰਤ ਨਾਨਕ ਇਸ਼ ਪੁੰਨੀ, ਜਪਤ ਦੀਨ ਦਇਆਲਾ। ਨਾਨਕ ਇਹ ਬੇਨਤੀ ਕਰਦਾ ਹੈ ਕਿ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ, ਦੀਨ ਦਇਆਲਾ ਭਾਵ ਕਿ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਹਰੇਕ ਇੱਛਾ ਹੀ ਪੂਰੀ ਹੋ ਜਾਂਦੀ ਹੈ। ਗੌੜੀ ਮਹਿਲਾ ਪੰਚਵਾਂ। ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲਹੈ ਹਰ ਕੰਤੈ। ਹੇ ਮੇਰੀਏ ਸਖੀਏ ਸਹੇਲੀਏ, ਆ ਮਿਲ ਕੇ ਕੋਈ ਯਤਨ ਕਰੀਏ ਤੇ ਉਸ ਕੰਤ ਰੂਪ ਪ੍ਰਮਾਤਮਾ ਨੂੰ ਮਨਾ ਲਈਏ, ਖੁਸ਼ ਕਰ ਲਈਏ। ਮਾਨ ਤਿਆਗ ਕਰ ਭਗਤ ਠਗੌਰੀ, ਮੋਹੈ ਸਾਧੂ ਮੰਤੈ। ਆਪਣਾ ਹੰਕਾਰ ਤਿਆਗ ਕੇ ਉਸ ਪ੍ਰਮਾਤਮਾ ਦੀ ਭਗਤੀ ਨੂੰ ਠੱਗ ਬੂਟੀ ਬਣਾ ਕੇ, ਗੁਰੂ ਦੇ ਮੰਤਰਾਂ ਦੇ ਉੱਤੇ ਚੱਲ ਕੇ, ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਉਸ ਪ੍ਰਮਾਤਮਾ ਨੂੰ ਮੋਹ ਲਈਏ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਹੇ ਮੇਰੀਏ ਸਖੀਏ, ਮੇਰੀਏ ਸਹੇਲੀਏ, ਉਸ ਪ੍ਰਮਾਤਮਾ ਦੀ ਇਹ ਰੀਤ, ਇਹ ਮਰਿਆਦਾ ਬੜੀ ਵਧੀਆ ਹੈ ਕਿ ਇੱਕ ਵਾਰ ਉਹ ਜਿਹਦੇ ਪ੍ਰੇਮ ਵਸ ਆ ਜਾਵੇ ਫਿਰ ਉਹਨੂੰ ਛੱਡ ਕੇ ਨਹੀਂ ਜਾਂਦਾ। ਇੱਕ ਵਾਰ ਜੇ ਤੁਸੀਂ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾ ਲਵੋ, ਇੱਕ ਵਾਰ ਉਹਨੂੰ ਮਹਿਸੂਸ ਕਰਨਾ ਸਿੱਖ ਲਵੋ, ਫਿਰ ਉਹ ਪ੍ਰਮਾਤਮਾ ਬਿਲਕੁਲ ਤੁਹਾਡੇ ਸਾਹਾਂ ਵਰਗਾ ਹੋ ਜਾਂਦਾ ਹੈ। ਕਦੇ ਵੀ ਤੁਹਾਡਾ ਸਾਥ ਨਹੀਂ ਛੱਡਦਾ। ਜਦ ਤੱਕ ਤੁਹਾਡੇ ਸਰੀਰ ਦੇ ਵਿੱਚ ਸਾਹ ਚੱਲਦੇ ਰਹਿਣਗੇ, ਉਦੋਂ ਤੱਕ ਉਹ ਪ੍ਰਮਾਤਮਾ ਤੁਹਾਨੂੰ ਚੇਤੇ ਦੇ ਵਿੱਚ ਹੀ ਰਹੇਗਾ, ਤੁਹਾਡੇ ਨਾਲ ਹੀ ਰਹੇਗਾ, ਅੰਗ ਸੰਗ ਰਹੇਗਾ। ਕਿਸੇ ਵਕਤ ਵੀ ਤੁਸੀਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਹੀਂ ਕਰੋਗੇ। ਬਸ ਉਦਮ ਇਹ ਕਰਨਾ ਹੈ ਕਿ ਆਪਣੇ ਦਿਲ ਦੇ ਵਿੱਚ ਅਸੀਂ ਉਸ ਪ੍ਰਮਾਤਮਾ ਦੇ ਪ੍ਰਤੀ ਇੱਕ ਪਿਆਰ ਜਗਾਈਏ, ਇੱਕ ਸਨੇਹ ਜਗਾਈਏ, ਉਹਨੂੰ ਵੱਡਾ ਕਰਕੇ ਮੰਨੀਏ, ਫਿਰ ਹੀ ਅਸੀਂ ਉਹਦੇ ਨਾਲ ਸਾਂਝ ਕਾਇਮ ਕਰ ਸਕਾਂਗੇ। ਅੱਗੇ ਚੱਲਦੇ ਹਾਂ। ਨਾਨਕ ਜਰਾ ਮਰਨ ਭੈ ਨਰਕ ਨਿਵਾਰੈ, ਪੁਨੀਤ ਕਰੈ ਤਿਸ ਜੰਤੈ। ਜਿਸ ਮਨੁੱਖ ਦੀ
ਜਿਸ ਜੀਵ ਦੀ ਉਸ ਪਰਮਾਤਮਾ ਦੇ ਨਾਲ ਸਾਂਝ ਪੈ ਗਈ, ਜਿਹਨੂੰ ਉਹ ਕਦੇ ਛੱਡ ਕੇ ਨਹੀਂ ਜਾਂਦਾ, ਉਸ ਜੀਵ ਦਾ ਆਤਮਿਕ ਜੀਵਨ ਉਹ ਪਰਮਾਤਮਾ ਪਵਿੱਤਰ ਕਰ ਦਿੰਦਾ ਹੈ। ਪੁਨੀਤ ਕਰੈ ਤਿਸ ਜੰਤੈ। ਤੁਹਾਡਾ ਆਤਮਿਕ ਜੀਵਨ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਆਤਮਿਕ ਜੀਵਨ ਅਜਿਹਾ ਬਣ ਜਾਂਦਾ ਕਿ ਉਹਦੇ 'ਤੇ ਕਦੇ ਬੁਢਾਪਾ ਨਹੀਂ ਆਉਂਦਾ। ਤੁਹਾਡੇ ਸਰੀਰ 'ਤੇ ਬੁਢਾਪਾ ਆ ਜਾਏਗਾ, ਪਰ ਤੁਹਾਡੇ ਆਤਮਿਕ ਜੀਵਨ 'ਤੇ ਬੁਢਾਪਾ ਨਹੀਂ ਆਏਗਾ। ਜੇ ਸਰੀਰਕ ਪ੍ਰਕਿਰਿਆ ਨੂੰ ਅਸੀਂ ਵੇਖੀਏ ਤਾਂ ਜਦ ਅਸੀਂ ਬੱਚੇ ਹੁੰਦੇ ਹਾਂ ਜਾਂ ਜਵਾਨੀ ਦੇ ਵਿੱਚ ਹੁੰਦੇ ਹਾਂ ਤਾਂ ਚੁਸਤ ਦਰੁਸਤ ਹੁੰਦੇ ਹਾਂ। ਸਰੀਰ ਦੇ ਵਿੱਚ ਇੱਕ ਫੁਰਤੀ ਹੁੰਦੀ ਹੈ, ਸਾਡੀ ਸਹਿਣ ਸ਼ਕਤੀ ਵੀ ਜ਼ਿਆਦਾ ਹੁੰਦੀ ਹੈ। ਕਿਸੇ ਦੁੱਖ ਨੂੰ ਅਸੀਂ ਸਹਿ ਪਾਉਂਦੇ ਹਾਂ, ਪਰ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ, ਸਰੀਰ ਦੀ ਫੁਰਤੀ ਵੀ ਘਟਦੀ ਜਾਂਦੀ ਹੈ ਅਤੇ ਸਾਡੀ ਸਹਿਣ ਸ਼ਕਤੀ ਵੀ ਘਟਦੀ ਜਾਂਦੀ ਹੈ। ਮਨੁੱਖ ਦਿਲ ਸਿੱਟਣ ਲੱਗ ਜਾਂਦਾ ਹੈ, ਛੋਟੀਆਂ ਛੋਟੀਆਂ ਗੱਲਾਂ ਤੋਂ ਨਿਰਾਸ਼ ਹੋਣ ਲੱਗਦਾ ਹੈ। ਜਿਵੇਂ ਜਿਵੇਂ ਉਹਨੂੰ ਆਪਣੀ ਮੌਤ ਨੇੜੇ ਆਉਂਦੀ ਦਿਖਦੀ ਹੈ, ਉਵੇਂ ਉਵੇਂ ਉਹ ਜ਼ਿੰਦਗੀ ਤੋਂ ਨਿਰਾਸ਼ ਹੁੰਦਾ ਜਾਂਦਾ ਹੈ। ਪਰ ਜਿਸ ਮਨੁੱਖ ਦੇ ਜੀਵਨ ਨੂੰ ਉਸ ਪਰਮਾਤਮਾ ਨੇ ਪਵਿੱਤਰ ਕਰ ਦਿੱਤਾ, ਉਸ ਆਤਮਿਕ ਜੀਵਨ 'ਤੇ ਕਦੇ ਬੁਢਾਪਾ ਨਹੀਂ ਆਉਂਦਾ। ਉਹ ਆਤਮਿਕ ਜੀਵਨ ਜਿੰਨਾ ਚੁਸਤ ਦਰੁਸਤ ਅੱਜ ਹੈ, ਉਹਦਾ ਵਿਸ਼ਵਾਸ ਉਸ ਪਰਮਾਤਮਾ ਦੇ ਵਿੱਚ ਜਿੰਨਾ ਅੱਜ ਹੈ, ਸਰੀਰ ਬੁੱਢਾ ਹੋ ਜਾਣ 'ਤੇ ਵੀ ਉਹ ਉਨਾ ਹੀ ਰਹੇਗਾ। ਪਵਿੱਤਰ ਆਤਮਿਕ ਜੀਵਨ ਵਾਲਾ ਮਨੁੱਖ ਜਿੰਨਾ ਅੱਜ ਉਸ ਪਰਮਾਤਮਾ ਦੀ ਮਰਜ਼ੀ ਨੂੰ ਮੰਨਦਾ ਹੈ, ਉਹਦੀ ਰਜ਼ਾ ਨੂੰ ਐਕਸੈਪਟ ਕਰਦਾ ਹੈ, ਮੰਨ ਲੈਂਦਾ ਹੈ, ਬੁਢਾਪੇ ਦੇ ਵਿੱਚ ਵੀ ਉਹ ਉਨਾ ਹੀ ਕਰੇਗਾ। ਉਹਦਾ ਆਤਮਿਕ ਜੀਵਨ ਕਦੇ ਬੁੱਢਾ ਨਹੀਂ ਹੁੰਦਾ, ਨਾ ਹੀ ਉਸ ਆਤਮਿਕ ਜੀਵਨ ਨੂੰ ਕੋਈ ਮੌਤ ਆਉਂਦੀ ਹੈ। ਉਹਦੇ ਸਾਰੇ ਦੇ ਸਾਰੇ ਡਰ ਤੇ ਨਰਕ ਦੂਰ ਹੋ ਜਾਂਦੇ ਨੇ। ਸੁਣ ਸਖੀਏ ਇਹ ਭਲੀ ਬੇਨੰਤੀ, ਇਹ ਮਤਾਂਤ ਪਕਾਈਐ। ਮਤਾਂਤ ਤੋਂ ਭਾਵ ਸਲਾਹ ਮਸ਼ਵਰਾ। ਹੇ ਮੇਰੀਏ ਸਖੀਏ ਸਹੇਲੀਏ, ਇਹ ਭਲੀ ਬੇਨਤੀ ਸੁਣ, ਆ ਇੱਕ ਸਲਾਹ ਮਸ਼ਵਰਾ ਪੱਕਾ ਕਰੀਏ। ਇਸ ਸਲਾਹ ਨੂੰ, ਇਸ ਮਸ਼ਵਰੇ ਨੂੰ ਆਪਣੇ ਹਿਰਦਿਆਂ ਦੇ ਵਿੱਚ ਪੱਕਾ ਕਰੀਏ। ਕਿਹੜਾ ਮਸ਼ਵਰਾ? ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਬਿੰਦਾ ਗਾਈਐ। ਕਿ ਅਸੀਂ ਸਹਿਜ ਸੁਭਾਅ ਹੋ ਜਾਈਏ, ਆਤਮਿਕ ਪੱਖੋਂ ਅਡੋਲ ਹੋ ਜਾਈਏ। ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਆਪਣੇ ਅੰਦਰੋਂ ਛਲ ਫਰੇਬ ਨੂੰ ਦੂਰ ਕਰ ਲਈਏ। ਉਪਾਦ ਤੋਂ ਭਾਵ ਛਲ ਫਰੇਬ। ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਵਿੰਦਾ ਗਾਈਐ। ਆਪਣੇ ਅੰਦਰੋਂ ਛਲ ਫਰੇਬ ਨੂੰ ਦੂਰ ਕਰਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਈਏ। ਇਸ ਮਸ਼ਵਰੇ ਨੂੰ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਪੱਕਿਆਂ ਕਰ ਲਈਏ। ਜੇ ਕਰ ਪਾਏ ਤਾਂ ਕਲ ਕਲੇਸ਼ ਮਿਟੈ, ਭਰਮ ਨਾਸੈ, ਮਨ ਚਿੰਦਿਆ ਫਲ ਪਾਈਐ। ਜੇ ਅਸੀਂ ਇਸ ਮਸ਼ਵਰੇ ਨੂੰ ਆਪਣੇ ਅੰਦਰ ਪੱਕਾ ਕਰ ਪਾਏ ਤਾਂ ਸਾਡੇ ਅੰਦਰਲੇ ਸਾਰੇ ਹੀ ਕਲ ਕਲੇਸ਼ ਖਤਮ ਹੋ ਜਾਣਗੇ। ਹਰ ਪ੍ਰਕਾਰ ਦੀ ਭਟਕਣਾ ਦੂਰ ਹੋ ਜਾਏਗੀ ਅਤੇ ਮਨ ਦੇ ਵਿੱਚ ਚਿਤਵਿਆ ਹੋਇਆ ਫਲ ਅਸੀਂ ਪ੍ਰਾਪਤ ਕਰ ਲਵਾਂਗੇ। ਅਤੇ ਮਨਾਂ ਦੇ ਵਿੱਚ ਅਸੀਂ ਕੀ ਚਿਤਵਿਆ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਹੈ, ਅਸੀਂ ਦੁਖੀ ਨਹੀਂ ਹੋਣਾ ਹੈ। ਕੋਈ ਇਨਸਾਨ ਨਹੀਂ ਚਾਹੁੰਦਾ ਕਿ ਉਹ ਦੁਖੀ ਹੋਵੇ। ਹਰ ਇਨਸਾਨ ਸਦਾ ਹੀ ਖੁਸ਼ ਰਹਿਣਾ ਚਾਹੁੰਦਾ ਹੈ। ਇਹ ਉਹਦਾ ਮਨ ਚਿਤਵਿਆ ਫਲ ਹੈ। ਇਸ ਫਲ ਨੂੰ ਉਹ ਕਿਹੜੇ ਤਰੀਕੇ ਨਾਲ ਹਾਸਲ ਕਰਨਾ ਚਾਹੁੰਦਾ ਹੈ, ਇਹਦੇ ਵਿੱਚ ਵਖਰੇਵੇਂ ਹੋ ਸਕਦੇ ਨੇ। ਕੋਈ ਮਨੁੱਖ ਕੁਝ ਸੋਚਦਾ ਹੈ ਕਿ ਜੇ ਮੈਨੂੰ ਆਹ ਹੋ ਜਾਏ, ਇਹ ਮਿਲ ਜਾਏ ਤਾਂ ਮੈਂ ਖੁਸ਼ ਰਹਿ ਸਕਦਾ ਹਾਂ। ਕਿਸੇ ਦੀ ਇਹ ਪਰਿਭਾਸ਼ਾ ਹੋਰ ਹੈ, ਪਰ ਜੋ ਐਂਡ ਰਿਜ਼ਲਟ ਹੈ ਉਹ ਖੁਸ਼ੀ ਹੀ ਹੁੰਦੀ ਹੈ। ਸਾਡਾ ਜੋ ਪ੍ਰਥਮ ਮਨ ਚਿਤਵਿਆ ਫਲ ਹੈ ਉਹ ਖੁਸ਼ੀ ਹੈ, ਅਤੇ ਉਹ ਖੁਸ਼ੀ ਸਾਨੂੰ ਹਾਸਲ ਹੋ ਜਾਂਦੀ ਹੈ ਜੇਕਰ ਅਸੀਂ ਗੁਰੂ ਜੀ ਦੁਆਰਾ ਦੱਸਿਆ ਹੋਇਆ ਇਹ ਮਸ਼ਵਰਾ ਆਪਣੇ ਅੰਦਰ ਪੱਕਾ ਕਰ ਲਈਏ ਕਿ ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਵਿੰਦਾ ਗਾਈਐ। ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ। ਹੇ ਨਾਨਕ, ਉਸ ਪਾਰ ਬ੍ਰਹਮ ਤੇ ਸੰਪੂਰਨ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਸਦਾ
ਸਿਮਰਨਾ ਚਾਹੀਦਾ ਹੈ। ਸਖੀ ਇਸ਼ ਕਰੀ ਨਿਤ ਸੁਖ ਮਨਾਈ, ਪ੍ਰਭ ਮੇਰੀ ਆਸ ਪੁਜਾਈ। ਇਹ ਮੇਰੀਏ ਸਹੇਲੀਏ, ਮੈਂ ਇੱਛਾ ਕਰਦੀ ਹਾਂ, ਤਾਂਗ ਕਰਦੀ ਹਾਂ, ਹਰ ਰੋਜ਼ ਸੁੱਖਾਂ ਸੁਖਦੀ ਹਾਂ ਕਿ ਉਹ ਪ੍ਰਮਾਤਮਾ ਮੇਰੀ ਆਸ ਪੂਰੀ ਕਰੇ। ਕਿਹੜੀ ਆਸ? ਚਰਨ ਪਿਆਸੀ ਦਰਸ਼ ਵੈਰਾਗਨ, ਪੇਖੋ ਥਾਨ ਸਬਾਏ। ਮੈਂ ਉਹਦੇ ਚਰਨਾਂ ਦੇ ਵਿੱਚ ਲੀਨ ਹੋਣ ਨੂੰ ਉਤਾਵਲੀ ਹਾਂ, ਮੈਂ ਉਹਦੇ ਦਰਸ਼ਨਾਂ ਨੂੰ ਵਿਆਕੁਲ ਹੋ ਰਹੀ ਹਾਂ, ਹਰ ਥਾਂ ਉਹਨੂੰ ਲੱਭਦੀ ਹਾਂ, ਹਰ ਥਾਂ ਉਸ ਪ੍ਰਮਾਤਮਾ ਨੂੰ ਵੇਖਦੀ ਫਿਰਦੀ ਹਾਂ। ਪੇਖੋ ਥਾਨ ਸਬਾਏ। ਖੋਜ ਲਹੋ ਹਰ ਸੰਤ ਜਨਾ ਸੰਗ, ਸਮਰਿੱਥ ਪੁਰਖ ਮਿਲਾਏ। ਖੋਜ ਕਰਕੇ ਮੈਂ ਸੰਤ ਜਨਾਂ ਦਾ ਸਾਥ ਜਾ ਲੱਭਦੀ ਹਾਂ, ਕਿਉਂਕਿ ਸਾਧ ਸੰਗਤ ਦੇ ਵਿੱਚ ਹੀ ਉਸ ਪ੍ਰਮਾਤਮਾ ਦਾ ਮਿਲਾਪ ਹੁੰਦਾ ਹੈ। ਸਾਧ ਸੰਗਤ ਉਸ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਮਾਤਮਾ ਦੇ ਨਾਲ ਜੀਵ ਦਾ ਮੇਲ ਕਰਾਉਣ ਦੇ ਵਿੱਚ ਸਹਿਯੋਗੀ ਸਾਬਤ ਹੁੰਦੀ ਹੈ। ਨਾਨਕ ਤਿਨ ਮਿਲਿਆ ਸੁਰਜਨ ਸੁਖ ਦਾਤਾ, ਸੇ ਵਡਭਾਗੀ ਮਾਏ। ਹੇ ਨਾਨਕ, ਇਹ ਆਖ ਕੇ ਹੇ ਮੇਰੀ ਮਾਂ, ਜਿਹੜੇ ਮਨੁੱਖ ਸਾਧ ਸੰਗਤ ਦੇ ਵਿੱਚ ਮਿਲਦੇ ਹਨ ਉਹਨਾਂ ਨੂੰ ਦੇਵ ਲੋਕ ਦਾ ਮਾਲਕ ਤੇ ਸਾਰੇ ਸੁੱਖ ਦੇਣ ਵਾਲਾ ਉਹ ਪ੍ਰਮਾਤਮਾ ਮਿਲ ਪੈਂਦਾ ਹੈ ਤੇ ਉਹ ਬੜੇ ਭਾਗਾਂ ਵਾਲੇ ਮਨੁੱਖ ਹਨ। ਸਖੀ ਨਾਲ ਵਸਾ ਆਪਣੇ ਨਾ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿਲਿਆ। ਹੇ ਮੇਰੀਏ ਸਹੇਲੀਏ, ਸਾਧ ਸੰਗਤ ਦੀ ਬਰਕਤ ਦੇ ਨਾਲ ਹੁਣ ਮੈਂ ਸਦਾ ਆਪਣੇ ਖਸਮ ਪ੍ਰਭੂ ਦੇ ਨਾਲ ਵਸਦੀ ਹਾਂ। ਨਾਹ ਤੋਂ ਭਾਵ ਨਾਥ ਜਾਣੀ ਕਿ ਖਸਮ, ਮਾਲਕ। ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿਲਿਆ। ਕਿ ਮੇਰਾ ਮਨ ਅਤੇ ਮੇਰਾ ਤਨ ਉਸ ਪ੍ਰਮਾਤਮਾ ਦੇ ਸਾਥ ਦੇ ਵਿੱਚ ਗਿੱਝ ਗਿਆ ਹੈ, ਮੈਂ ਉਹਦੇ ਨਾਲ ਇੱਕ ਮਿੱਕ ਹੋ ਗਈ ਹਾਂ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨ ਲਾ ਪਿਰ ਮਿਲਿਆ। ਮੇਰੀ ਨੀਂਦ ਸੋਹਣੀ ਹੋ ਗਈ ਹੈ ਕਿਉਂਕਿ ਮੈਨੂੰ ਮੇਰਾ ਆਪਣਾ ਪ੍ਰਮਾਤਮਾ ਮਿਲ ਗਿਆ ਹੈ, ਮੇਰਾ ਆਪਣਾ ਵਰ ਮਿਲ ਗਿਆ ਹੈ। ਮੈਂ ਸੁਰਖਰੂ ਹੋ ਗਈ ਹਾਂ। ਜਦੋਂ ਸਾਨੂੰ ਕਿਸੇ ਚੀਜ਼ ਦੀ ਤਾਂਘ ਹੋਵੇ ਤੇ ਜਦ ਤੱਕ ਉਹ ਚੀਜ਼ ਸਾਨੂੰ ਨਹੀਂ ਮਿਲਦੀ ਤਾਂ ਚੈਨ ਨਹੀਂ ਆਉਂਦਾ, ਤੇ ਜਦ ਮਿਲ ਜਾਂਦੀ ਹੈ ਤਾਂ ਅਸੀਂ ਸੁਰਖਰੂ ਹੋ ਜਾਂਦੇ ਹਾਂ, ਮਨ ਨੂੰ ਚੈਨ ਆ ਜਾਂਦਾ ਹੈ, ਨੀਂਦ ਵੀ ਸੋਹਣੀ ਆਉਂਦੀ ਹੈ। ਉਸੇ ਹੀ ਗੱਲ ਨੂੰ ਗੁਰੂ ਜੀ ਨੇ ਇੱਥੇ ਦਰਸਾਇਆ ਹੈ ਕਿ ਮੈਨੂੰ ਮੇਰਾ ਮਾਲਕ, ਮੇਰਾ ਖਸਮ ਪ੍ਰਮਾਤਮਾ ਮਿਲ ਗਿਆ, ਹੁਣ ਮੇਰੀ ਨੀਂਦ ਵੀ ਬੜੀ ਸੋਹਣੀ ਹੋ ਗਈ ਹੈ। ਭਰਮ ਖੋਇਓ ਸ਼ਾਂਤ ਸਹਿਜ, ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ। ਮੇਰੀ ਭਟਕਣਾ ਦੂਰ ਹੋ ਗਈ ਹੈ, ਮੈਨੂੰ ਸ਼ਾਂਤੀ ਮਿਲ ਗਈ ਹੈ, ਮੇਰੇ ਅੰਦਰ ਆਤਮਿਕ ਅਡੋਲਤਾ ਆ ਗਈ ਹੈ। ਉਸ ਸੁਆਮੀ, ਉਸ ਮਾਲਕ ਪ੍ਰਮਾਤਮਾ ਦਾ ਮੇਰੇ ਅੰਦਰ ਅਜਿਹਾ ਚਾਨਣ ਹੋਇਆ ਹੈ ਕਿ ਮੇਰਾ ਹਿਰਦਾ ਖਿੜ ਗਿਆ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਪੈਣ ਤੇ ਕਮਲ ਦਾ ਫੁੱਲ ਖਿੜ ਪੈਂਦਾ ਹੈ, ਉਸੇ ਪ੍ਰਕਾਰ ਹੀ ਪ੍ਰਮਾਤਮਾ ਦੇ ਗਿਆਨ ਦਾ ਚਾਨਣ ਹੋਣ ਤੇ ਮੇਰਾ ਹਿਰਦਾ ਖਿੜ ਗਿਆ ਹੈ। ਵਰ ਪਾਇਆ ਪ੍ਰਭ ਅੰਤਰਜਾਮੀ, ਨਾਨਕ ਸੁਹਾਗ ਨਾ ਟਲਿਆ। ਹੇ ਨਾਨਕ, ਮੈਂ ਅੰਤਰਜਾਮੀ ਭਾਵ ਕਿ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਮਾਤਮਾ ਖਸਮ ਲੱਭ ਲਿਆ, ਮੈਂ ਉਹ ਵਰ ਪਾ ਲਿਆ ਤੇ ਹੁਣ ਮੈਂ ਅਜਿਹੀ ਸੁਹਾਗਣ ਹੋ ਗਈ ਕਿ ਮੇਰਾ ਇਹ ਸੁਹਾਗ ਕਦੇ ਵੀ ਦੂਰ ਹੋਣ ਵਾਲਾ ਨਹੀਂ। ਕਿਉਂਕਿ ਅਸੀਂ ਪਿੱਛੇ ਵੀ ਪੰਕਤੀ ਪੜ੍ਹੀ ਸੀ ਕਿ ਉਹ ਪ੍ਰਮਾਤਮਾ ਜਿਹਨੂੰ ਇੱਕ ਵਾਰੀ ਮਿਲ ਪਏ ਤਾਂ ਉਹਨੂੰ ਕਦੇ ਛੱਡ ਕੇ ਨਹੀਂ ਜਾਂਦਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 249ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਸ ਪ੍ਰਮਾਤਮਾ ਦੀ ਸਿਫਤ ਸਲਾਹ ਅੱਜ ਦੀ ਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲੀ ਹੈ। ਗੁਰੂ ਜੀ ਨੇ ਸਾਨੂੰ ਤੇ ਆਪਣੇ ਮਨ ਨੂੰ ਹਦਾਇਤ ਕੀਤੀ ਹੈ ਕਿ ਉਸ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਰੱਖੋ, ਉਹਦੇ ਗੁਣਗਾਨ ਕਰੋ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ, ਤੇ ਗੁਣ ਗਾਓ ਮਨਾ ਅਚੁੱਤ ਅਵਿਨਾਸ਼ੀ। ਤੇ ਨਾਲ ਦੀ ਨਾਲ ਇੱਕ ਮਸ਼ਵਰਾ, ਇੱਕ ਸਲਾਹ ਜੋ ਸਾਨੂੰ ਆਪਣੇ ਹਿਰਦਿਆਂ ਦੇ ਵਿੱਚ ਪੱਕੀ ਕਰਨ ਦੇ ਲਈ ਗੁਰੂ ਜੀ ਨੇ ਕਿਹਾ ਹੈ ਕਿ ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਬਿੰਦਾ ਗਾਈਐ।
ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਅਸੀਂ ਆਪਣੇ ਅੰਦਰੋਂ ਹਰ ਪ੍ਰਕਾਰ ਦਾ ਛਲ ਫਰੇਬ ਖਤਮ ਕਰਕੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਈਏ। ਉਹ ਪ੍ਰਮਾਤਮਾ ਸਾਡੇ ਤੇ ਮਿਹਰਬਾਨ ਹੋਏਗਾ, ਸਾਡੇ ਆਤਮਿਕ ਜੀਵਨ ਨੂੰ ਪਵਿੱਤਰ ਕਰੇਗਾ। ਅਜਿਹੀ ਪਵਿੱਤਰਤਾ ਜਿਹੜੀ ਤੇ ਨਾ ਕਦੇ ਬੁਢਾਪਾ ਆਏਗਾ ਤੇ ਨਾ ਹੀ ਉਹ ਕਦੇ ਖਤਮ ਹੋਏਗੀ। ਸਾਡੇ ਸਰੀਰ ਤੇ ਬੁਢਾਪਾ ਆ ਜਾਣ ਤੇ ਵੀ ਸਾਡੀ ਆਤਮਾ ਦੀ ਉਹ ਪਵਿੱਤਰਤਾ, ਉਹ ਨਿਡਰਤਾ, ਉਹ ਅਡੋਲਤਾ ਸਾਡੇ ਨਾਲ ਰਹੇਗੀ। ਸੋ ਇਹਨਾਂ ਸਾਰੇ ਹੀ ਸੰਦੇਸ਼ਾਂ ਦੇ ਨਾਲ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਗੁਰੂ ਦੀ ਬਾਣੀ ਦੇ ਨਾਲ ਲਗਾਤਾਰ ਬਣੇ ਹੋਏ ਹੋ ਤੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੋ ਕਿ ਵੱਧ ਤੋਂ ਵੱਧ ਲੋਕ ਗੁਰੂ ਦੀ ਬਾਣੀ ਦੇ ਨਾਲ ਜੁੜਨ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।